ਉਹਨੂੰ ਰਿਪੀਟ ਨਹੀਂ ਕਰਨਾ, ਤੁਸੀਂ ਉਹ ਤੋਂ ਹਟ ਕੇ 99 ways in which ਆਪਣਾ ਰੋਲ ਪਲੇ ਜਿਹੜਾ ਉਹਨੇ ਤਿਆਰ ਕੀਤਾ ਉਹ ਪਲੇ ਕਰੂਗਾ। ਆਪਾਂ ਬੈਠ ਕੇ ਟਾਈਮਸ ਟੂ ਕ੍ਰੀਏਟਿਵ ਪ੍ਰੋਡਕਸ਼ਨ ਲਾਈਫ ਆ ਉਹਦੇ ਵਿੱਚ ਮੈਂ ਗੱਲ ਕਰਦਾ ਹਾਂ ਕਿ ਪਰਸਨਲੀ ਉਹਨਾਂ ਤੋਂ ਬਾਅਦ ਭਾਈ ਵੀਰ ਸਿੰਘ ਜੀ, ਆਪਾਂ ਪੰਜਾਬੀ ਦੀ ਗੱਲ ਕਰੀਏ ਤਾਂ ਭਾਈ ਵੀਰ ਸਿੰਘ ਜੀ ਜਿਹੜੇ ਨੇ ਹਨਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਬੈਕ ਟੂ ਯੋਰ ਓਨ YouTube ਚੈਨਲ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ। ਹੋਪ ਕਰਦਾ ਤੁਸੀਂ ਪੁਰਾਣੀਆਂ ਵੀਡੀਓਜ਼ ਜਿਹੜੀਆਂ ਨੇ ਲਾਈਕ ਕੀਤੀਆਂ ਨੇ, ਕੁਝ ਕਮੈਂਟਸ ਆਏ ਆ, ਕੁਝ ਮੇਰੇ ਪਰਸਨਲ ਕੰਟੈਕਟ ਤੇ ਕਮੈਂਟਸ ਆਏ ਸੀਗੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਵੀਡੀਓ ਦੇ ਵਿੱਚ ਕੀ ਇੰਪਰੂਵਮੈਂਟਸ ਕਰਨੀਆਂ ਚਾਹੀਦੀਆਂ ਨੇ। ਸੋ ਆਈ ਹੈਵ ਡਨ ਦੈਟ ਔਨ ਮਾਈ ਸਾਈਡ, ਪ੍ਰੋਪਰ ਫੋਲੋ ਹੋਈਆਂ ਨੇ ਉਹ ਸੁਜੈਸ਼ਨਸ ਕਿ ਨਹੀਂ, ਉਹ ਤੁਸੀਂ ਇੱਕ ਵਾਰੀ ਫੇਰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਟੁਡੇ ਵੀ ਆਰ ਗੋਇੰਗ ਟੂ ਡਿਸਕਸ ਅ ਵੈਰੀ ਇੰਟਰਸਟਿੰਗ ਟੌਪਿਕ ਵਿਚ ਇਜ਼ ਵੈਰੀ character building topic, you can say it's a future building topic। ਤੇ ਅੱਜ ਦਾ ਜਿਹੜਾ ਟੌਪਿਕ ਆ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। ਤੇ ਅੱਜ ਦਾ ਟੌਪਿਕ ਹੈ ਕ੍ਰੀਏਟੀਵਿਟੀ ਐਂਡ ਇੰਟੈਲੀਜੈਂਸ। ਪਹਿਲਾਂ ਆਪਾਂ ਦੇਖਾਂਗੇ ਕਿ ਕ੍ਰੀਏਟੀਵਿਟੀ ਹੁੰਦੀ ਕੀ ਹੈ, ਕਿਉਂਕਿ ਬਹੁਤ ਸਾਰੀਆਂ ਪਰਸੈਪਸ਼ਨਸ ਨੇ ਕਿ ਬੰਦਾ ਜਿਹੜਾ ਵੀ ਇੰਟੈਲੀਜੈਂਟ ਆ ਉਹ ਬਹੁਤ ਕ੍ਰੀਏਟਿਵ ਹੁੰਦਾ ਹੈ ਨਾ, ਜਾਂ ਜਿਹੜਾ ਕ੍ਰੀਏਟਿਵ ਆ ਉਹ ਬਹੁਤ ਇੰਟੈਲੀਜੈਂਟ ਹੁੰਦਾ। ਕੀ ਇਹ ਸਹੀ ਗੱਲ ਆ ਜਾਂ ਨਹੀਂ, ਇਹ ਆਪਾਂ ਨੂੰ ਟੌਪਿਕ ਕਲੀਅਰ ਕਰਦੇ ਹੋਏ ਕਵਰ ਕਰਾਂਗੇ। ਜਿੱਦਾਂ ਜਿੱਦਾਂ ਟੌਪਿਕ ਉਸੇ ਤਰ੍ਹਾਂ ਆਪਾਂ ਨੂੰ ਕਲੀਅਰ ਹੋ ਜਾਊਗਾ ਇਹ ਡਾਊਟ ਵੀ। ਤਾਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕ੍ਰੀਏਟੀਵਿਟੀ ਹੁੰਦੀ ਕੀ ਆ। ਉਹਦੇ ਬਾਰੇ ਜਿਹੜੇ ਵੱਖ-ਵੱਖ ਸਾਈਕੋਲੋਜਿਸਟਸ ਨੇ ਜਾਂ ਜਿਨ੍ਹਾਂ ਨੇ ਇਸ ਫੀਲਡ ਦੇ ਉੱਤੇ ਕੰਮ ਕੀਤਾ, ਉਹ ਸਾਇੰਟਿਸਟ ਨੇ, ਉਹਨਾਂ ਨੇ ਇਸ ਫੀਲਡ ਤੇ ਕੰਮ ਕੀਤਾ ਆ, ਉਹਦੇ ਬਾਰੇ ਕਾਫੀ ਰਿਸਰਚਰਸ ਕੀਤੀਆਂ ਨੇ। ਉਹ ਰਿਸਰਚਰ ਤੇ ਸਕਾਲਰਸ ਦੇ ਆਪਾਂ ਦੇਖਦੇ ਹਾਂ ਡੈਫੀਨੇਸ਼ਨਸ ਕੀ ਨੇ। ਆਪਾਂ ਦੋ ਡੈਫੀਨੇਸ਼ਨਸ ਜਿਹੜੀਆਂ ਬੈਸਟ ਅਕੋਰਡਿੰਗ ਟੂ ਮੀ, ਜਿਹੜੀਆਂ ਮੈਨੂੰ ਬੈਸਟ ਲੱਗੀਆਂ, ਜਿਹੜੀਆਂ ਈਜ਼ੀ ਵੀ ਨੇ ਲਰਨ ਕਰਨ ਦੇ ਵਿੱਚ ਤੇ ਬਹੁਤ ਐਪਟ ਵੀ ਨੇ, ਉਹ ਆਪਾਂ ਕਰਾਂਗੇ। ਪਹਿਲੀ ਜਿਹੜੀ ਡੈਫੀਨੇਸ਼ਨ ਹੈ ਉਹ ਤੁਸੀਂ ਨੋਟ ਡਾਊਨ ਕਰੋ। ਪਹਿਲੀ ਡੈਫੀਨੇਸ਼ਨ ਸਟੈਗਨਰ ਐਂਡ ਕਾਰਵੋਸਕੀ। ਸਟੈਗਨਰ ਐਂਡ ਕਾਰਵੋਸਕੀ। ਹੁਣ ਸਟੈਗਨਰ ਐਂਡ ਕਾਰਵੋਸਕੀ ਕਹਿੰਦੇ ਕੀ ਨੇ? They say creativity implies the production of totally or partially novel identity। ਉਹ ਕਹਿੰਦੇ ਨੇ ਕਿ ਕ੍ਰੀਏਟੀਵਿਟੀ ਜਿਹੜੀ ਆ ਉਹਦੇ ਵਿੱਚ ਇੱਕ ਇਹੋ ਜਿਹਾ ਟੋਟਲੀ ਜਾਂ ਪਾਰਸ਼ਲੀ ਪ੍ਰੋਡਕਸ਼ਨ ਹੁੰਦੀ ਆ, ਉਤਪਾਦਨ ਹੁੰਦਾ ਕਿਸੇ ਵੀ ਚੀਜ਼ ਦਾ ਜਿਹਦੀ ਇੱਕ ਨੋਵਲ ਆਇਡੈਂਟੀਟੀ ਹੁੰਦੀ ਆ। ਨੋਵਲ ਆਇਡੈਂਟੀਟੀ ਮਤਲਬ ਬਾਕੀ ਜੋ ਹੁਣ ਤੱਕ ਹੋਂਦ ਵਿੱਚ ਹੈ ਉਹਦੇ ਤੋਂ ਬਿਲਕੁਲ ਹੀ ਵੱਖਰੀ ਆਇਡੈਂਟੀਟੀ ਹੁੰਦੀ ਆ। ਮਤਲਬ ਕਿ ਕ੍ਰੀਏਟੀਵਿਟੀ ਜਿਹੜੀ ਆ ਉਹ ਸੱਚੀ ਮੁੱਚੀ ਉਹਦੇ ਲਈ ਕੁਝ ਬੁੱਧੀਮਤਾ ਤਾਂ ਚਾਹੀਦੀ ਹੈ ਨਾ, ਕਿਉਂਕਿ ਕੁਝ ਵੀ ਨਵਾਂ ਕਰਨਾ ਹੈ। ਜੋ ਪੁਰਾਣਾ ਹੋ ਚੁੱਕਿਆ ਆ ਉਹਨੂੰ ਰਿਪੀਟ ਨਹੀਂ ਕਰਨਾ, ਤੁਸੀਂ ਉਹ ਤੋਂ ਹਟ ਕੇ ਕੁਝ ਨਵਾਂ ਕਰਨਾ, ਉਹਦੇ ਲਈ ਸੋਚਣਾ ਪਊਗਾ, ਉਹਦੇ ਲਈ ਬਹੁਤ ਐਫਰਟਸ ਕਰਨੇ ਪੈਣਗੇ। ਤਾਂ ਉਹ ਐਫਰਟਸ ਨੂੰ ਜਿਹੜੀ ਆ ਉਹ ਕ੍ਰੀਏਟੀਵਿਟੀ ਆ ਨਾ, ਵੀ ਕੁਝ ਨਵਾਂ ਹੋਊਗਾ ਪੁਰਾਣੇ ਤੋਂ ਹਟ ਕੇ। ਸੈਕਿੰਡ ਡੈਫੀਨੇਸ਼ਨ ਜਿਹੜੀ ਆਪਾਂ ਕਰਨੀ ਹੈ, ਸੈਕਿੰਡ ਨੰਬਰ ਤੇ ਡੈਫੀਨੇਸ਼ਨ ਜਿਹੜੀ ਆਪਾਂ ਕਰਾਂਗੇ, that is from my favorite psychologist Dr. J.P. Guilford sir। Dr. J.P. Guilford sir ਕਹਿੰਦੇ ਆ ਕਿ creativity sometimes refers to creative potential, sometimes to creative production, and sometimes to creative productivity। ਆਪਾਂ ਇੱਕ ਵਾਰੀ ਫੇਰ ਰਿਪੀਟ ਕਰਦੇ ਆ ਪ੍ਰੋਪਰ ਵੇ ਨਾਲ। ਤੇ ਜਿਹੜੇ ਤਿੰਨ ਉਹਨਾਂ ਨੇ ਪਹਿਲੂ ਦੱਸਿਆ, ਉਹ ਤਿੰਨ ਪਹਿਲੂ ਸ਼ਾਇਦ ਤੁਹਾਨੂੰ ਡੈਫੀਨੇਸ਼ਨ ਨੂੰ ਰਿਪੀਟ ਕਰਦਿਆਂ ਹੀ ਸਮਝ ਆ ਜਾਣ, ਨਹੀਂ ਹੁੰਦੇ ਤਾਂ ਆਪਾਂ ਫਰਦਰ ਡਿਸਕਸ ਕਰਾਂਗੇ ਇਹਨਾਂ ਨੂੰ। ਤਾਂ ਉਹ ਕਹਿੰਦੇ ਆ ਕ੍ਰੀਏਟੀਵਿਟੀ ਸਮਟਾਈਮ ਰਿਫਰਸ ਟੂ ਕ੍ਰੀਏਟਿਵ ਪੋਟੈਂਸ਼ੀਅਲ, ਸਮਟਾਈਮ ਟੂ ਕ੍ਰੀਏਟਿਵ ਪ੍ਰੋਡਕਸ਼ਨ, ਐਂਡ ਸਮਟਾਈਮ ਟੂ ਕ੍ਰੀਏਟਿਵ ਪ੍ਰੋਡਕਟਿਵਿਟੀ। ਤਾਂ ਹੁਣ ਆਪਣੇ ਕੋਲ ਇਹਦੇ ਵਿੱਚ ਤਿੰਨ ਚੀਜ਼ਾਂ ਆ ਗਈਆਂ ਹਨਾ। ਪਹਿਲੇ ਨੰਬਰ ਤੇ ਆਪਣੇ ਕੋਲ ਆ ਗਈ ਕ੍ਰੀਏਟਿਵ ਪੋਟੈਂਸ਼ੀਅਲ, ਦੂਸਰੇ ਨੰਬਰ ਤੇ ਕ੍ਰੀਏਟਿਵ ਪ੍ਰੋਡਕਸ਼ਨ, ਤੀਸਰੇ ਨੰਬਰ ਤੇ ਆਪਣੇ ਕੋਲ ਆ ਗਈ ਕ੍ਰੀਏਟਿਵ ਪ੍ਰੋਡਕਟਿਵਿਟੀ। ਹੁਣ ਜਦੋਂ ਕ੍ਰੀਏਟਿਵ ਪੋਟੈਂਸ਼ੀਅਲ ਦੀ ਗੱਲ ਕਰਦੇ ਆ ਤਾਂ ਪੋਟੈਂਸ਼ੀਅਲ ਕੀ ਹੁੰਦਾ? ਤੁਹਾਡੀ ਆਪਣੀ ਅਬਿਲਿਟੀ, ਕੀ ਤੁਹਾਡੇ 'ਚ ਉਹ ਅਬਿਲਿਟੀ ਹੈ ਕਿ ਤੁਸੀਂ ਉਹਨਾਂ ਕ੍ਰੀਏਟ ਕੁਝ ਕਰ ਸਕਦੇ ਹੋ। ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਕੁਝ ਬੱਚਿਆਂ ਨੂੰ ਮਿੱਟੀ ਨਾਲ ਖੇਡਣ ਲਈ ਕਿਹਾ ਗਿਆ ਹਨਾ, ਤੇ ਮੰਨ ਲਓ ਮਿੱਟੀ ਦੇ ਨਾਲ ਬੱਚੇ ਖੇਡ ਰਹੇ ਨੇ, ਤਾਂ ਉਹ ਬੱਚੇ ਕੀ ਕਰਦੇ ਨੇ? ਜਿਵੇਂ ਹੁਣ ਇਸ ਪਿਕਚਰ ਦੇ ਵਿੱਚ ਦਿਖਾਇਆ ਗਿਆ ਕਿ ਮਿੱਟੀ ਪਈ ਹੈ ਤਾਂ ਬੱਚੇ ਕਿਵੇਂ ਖੇਡ ਰਹੇ ਨੇ। ਕੁਝ ਬੱਚੇ ਮਿੱਟੀ ਦੇ ਉੱਤੇ ਆਪਣਾ ਨਾਮ ਲਿਖ ਰਹੇ ਨੇ,
ਕੁਝ ਉਸ ਮਿੱਟੀ ਨਾਲ ਕੈਸਲ ਬਣਾ ਰਹੇ ਨੇ, ਕੁਝ ਉਸ ਮਿੱਟੀ ਨੂੰ ਸਿਰਫ ਇੱਕ ਦੂਜੇ ਤੇ ਸੁੱਟ ਰਹੇ ਨੇ, ਜਾਂ ਕੁਝ ਉਹਦੇ ਉੱਤੇ ਸਿਰਫ ਤੁਰ ਕੇ ਨਿਕਲ ਗਏ। ਤਾਂ ਇਹਦੇ ਚ ਪੋਟੈਂਸ਼ੀਅਲ ਆ ਵੀ ਕਿਹਦੇ ਚ ਕੀ ਪੋਟੈਂਸ਼ੀਅਲ ਆ ਉਸ ਰॉ ਮਟੀਰੀਅਲ ਨੂੰ ਯੂਜ਼ ਕਰਨ ਲਈ। ਪ੍ਰੋਡਕਸ਼ਨ ਹੈ ਹਨਾ, ਕਿ ਕਿੰਨੀ ਸਮਟਾਈਮਸ ਟੂ ਕ੍ਰੀਏਟਿਵ ਪ੍ਰੋਡਕਸ਼ਨ। ਕ੍ਰੀਏਟਿਵ ਪ੍ਰੋਡਕਸ਼ਨ ਕੀ ਹੁੰਦੀ ਹੈ ਕਿ ਉਤਪਾਦ ਕਰਨਾ ਤੁਸੀਂ ਕਿਸੇ ਚੀਜ਼ ਦਾ ਹਨਾ। ਜਿਵੇਂ ਕਿ ਮੰਨ ਲਓ ਕਿ ਹਰੇਕ ਰੈਸਟੋਰੈਂਟ ਦੇ ਵਿੱਚ ਮੈਨੂੰ ਖਾਣਾ ਪੀਣਾ ਬਹੁਤ ਪਸੰਦ ਹੈ। ਜਿਹੜੇ ਲੋਕ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੀ ਹੈ ਮੈਨੂੰ ਖਾਣਾ ਪੀਣਾ ਬਹੁਤ ਪਸੰਦ ਹੈ। ਪਾਸਤਾ ਜਿਹੜਾ ਹੈ ਨਾਰਮਲੀ ਅੱਜ ਦੇ ਫੂਡ ਦੀ ਆਪਾਂ ਜੇ ਗੱਲ ਕਰ ਲਈਏ ਪਾਸਤਾ, ਜਾਂ ਆਪਾਂ ਜਮਾ ਮੇਰੇ ਰੂਹ ਵਾਲੇ ਦੇਸੀ ਫੂਡ ਦੀ ਗੱਲ ਕਰ ਲਈਏ ਪਕੌੜੇ, ਹਰੇਕ ਬੰਦੇ ਨੂੰ ਬਣਾਉਣੇ ਆਉਂਦੇ ਆ ਹਨਾ। ਪਕੌੜੇ ਬਣਾ ਲੈਂਦੇ ਆ, ਆਪਾਂ ਨੂੰ ਕਾਫੀ ਥਾਵਾਂ ਤੇ ਮਿਲ ਜਾਂਦੇ ਨੇ। ਪਰ ਲੁਧਿਆਣੇ ਦੇ ਵਿੱਚ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਆ, ਲੁਧਿਆਣੇ ਵਾਲੇ ਜਿਹੜੇ ਵੀਡੀਓ ਦੇਖ ਰਹੇ ਆ, ਉਹਨਾਂ ਨੂੰ ਕੈਂਟ ਦੀ ਨਹਿਰ ਵਾਲੇ ਪਕੌੜਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਹੋਊਗਾ। ਉਹਨਾਂ ਨੂੰ ਬਹੁਤ ਪਤਾ ਵੀ ਉਹ ਕਾਫੀ ਪਪੂਲਰ ਨੇ। ਤਾਂ ਉਹ ਕ੍ਰੀਏਟਿਵ ਪ੍ਰੋਡਕਸ਼ਨ ਆ ਉਹਦੀ, ਕਿ ਉਹਦੇ ਵਿੱਚ ਮੈਥਡ ਉਹੀ ਸੇਮ ਹੈ, ਪਰ ਉਹ ਕਿਹੜੇ ਸਪਾਈਸਸ ਹੋਰ ਐਡ ਕਰਨੇ ਆ, ਕਿੰਨੇ ਮਿੰਟਸ ਉਹਨਾਂ ਨੂੰ ਮੈਰੀਨੇਟ ਕਰਕੇ ਰੱਖਣਾ ਆ, ਉਹ ਉਹਦੇ ਵਿੱਚ ਆ ਜਾਂਦਾ ਆ। ਪਾਸਤਾ ਦੇ ਵਿੱਚ ਆ ਗਿਆ ਕਿ ਹਰ ਬੰਦਾ ਪਾਸਤਾ ਬਣਾ ਲੈਂਦਾ, ਪਰ ਦ ਨਿਊਟ੍ਰੀਸ਼ਨ ਕੈਫੇ ਹੈ ਇੱਥੇ ਲੁਧਿਆਣੇ ਦੇ ਵਿੱਚ, ਹੀਰੋ ਬੇਕਰੀ ਦੇ ਨਾਲ ਹੀ ਹੈ, ਨੇੜੇ ਆ ਉੱਥੇ। ਉਹ ਨਿਊਟ੍ਰੀਸ਼ਨ ਕੈਫੇ ਵਾਲਾ ਸਮੋਕਡ ਪਾਸਤਾ ਬਣਾਉਂਦਾ। ਤਾਂ ਸਮੋਕਡ ਪਾਸਤਾ ਜਿਹੜਾ ਆ ਉਹ ਆਈ ਥਿੰਕ ਇਟਸ ਰੀਲੀ ਕ੍ਰੀਏਟਿਵ ਪ੍ਰੋਡਕਸ਼ਨ ਆਫ ਹਿਸ ਕੁਕ। ਤੇ ਸ਼ੈਫ ਜਿਹੜਾ ਮੈਨੂੰ ਬਹੁਤ ਕ੍ਰੀਏਟਿਵ ਲੱਗਿਆ, ਬਿਕਾਜ਼ ਹੀ ਗਾਰਨਿਸ਼ਡ ਮਾਈ ਪਾਸਤਾ ਵਿਦ ਰੋਸਟਡ ਬ੍ਰੈਕਲੀ। I've never seen the pasta with roasted broccoli, ਪਰ ਕਾਫੀ ਕ੍ਰੀਏਟਿਵ ਲੱਗਿਆ ਸੀ ਮੈਨੂੰ। ਤਾਂ ਉਹ ਕ੍ਰੀਏਟਿਵ ਪ੍ਰੋਡਕਸ਼ਨ ਜਿਹੜੀ ਹੈ ਮੈਨੂੰ ਲੱਗਦਾ ਤੁਹਾਨੂੰ ਇਹ 'ਚ ਸਮਝ ਆ ਜਾਊਗੀ। ਤੀਸਰੀ ਹੈਗੀ ਆ ਕ੍ਰੀਏਟਿਵ ਪ੍ਰੋਡਕਟਿਵਿਟੀ। ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ। ਹੁਣ ਆ ਗਿਆ ਕਿ ਪਾਸਤਾ ਮੈਂ ਦੇਖ ਕੇ ਆਇਆ ਕਿ ਸਮੋਕੀ ਪਾਸਤਾ ਬਣਦਾ ਹੈ ਨਾ, ਉਹ ਸਮੋਕਡ ਫਲੇਵਰ ਨਾਲ ਬਣ ਜਾਂਦਾ ਪਾਸਤਾ। ਤਾਂ ਉਹਦੇ 'ਚ ਕਾਫੀ ਅੱਛਾ ਟੈਂਪਟਿੰਗ ਸਮੋਕਡ ਫਲੇਵਰ ਆਉਂਦਾ ਹੈ। ਪਰ ਹੁਣ ਆ ਸਮੋਕਡ ਫਲੇਵਰ ਪਾਸਤਾ ਜੋ ਹੈ ਇਹਦੀ ਕਾਪੀ ਕਰਨੀ ਹੈ, ਮੈਂ ਸੇਮ ਕਾਪੀ ਕਰਕੇ ਬਣਾ ਲੈਣਾ ਹੈ, ਜਾਂ ਪ੍ਰੋਡਕਟਿਵਿਟੀ ਦਿਖਾਉਣੀ ਹੈ। ਹੁਣ ਇਹਦੇ ਵਿੱਚ ਪ੍ਰੋਡਕਟਿਵਿਟੀ ਕਿਵੇਂ ਦਿਖਾਈ ਜਾ ਸਕਦੀ ਹੈ ਕਿ ਮੈਂ ਸਮੋਕਡ ਪਾਸਤਾ ਲਿਆ, ਉਹਦੇ ਤੇ ਜੂਸੀ ਪਾਈਨਐਪਲ, ਟੈਂਡਰ ਜੂਸੀ ਪਾਈਨਐਪਲ ਰੱਖਤਾ ਹਨਾ। ਤਾਂ ਉਹ ਸਵੀਟ ਐਂਡ ਟੈਂਗੀ ਦਾ ਥੋੜਾ ਜਿਹਾ ਇੱਕ ਅੱਛਾ ਫਲੇਵਰ ਬਣ ਗਿਆ। ਜਾਂ ਪੈਪਰੀਆ, ਜਿਹੜੀ ਪੈਪਰੀਨਾ ਹੁੰਦੀ ਹੈ, ਪੈਪਰੀਨਾ ਆਪਾਂ ਸਪ੍ਰਿੰਕਲ ਕਰਤੀ ਉੱਪਰ। ਜਾਂ ਪਾਸਤਾ ਲਿਆ, ਉਹਦੇ ਉੱਤੇ ਰॉ ਆਪਣੀ ਜਿਹੜੀ ਆਪਾਂ ਦੇਸੀ ਭਾਸ਼ਾ ਵਿੱਚ ਪੰਜਾਬੀ ਵਿੱਚ ਅਚਾਰੀ ਮਿਰਚ ਜਿਹਨੂੰ ਕਹਿ ਦਿੰਦੇ ਆ, ਉਹ ਮਿਰਚ ਆਪਾਂ ਰੱਖਤੀ। ਜਾਂ ਫਿਰ ਓਲਿਵ ਸੀਡਸ ਜਿਹੜੇ ਨੇ, ਓਲਿਵਸ ਜਿਹੜੇ ਨੇ ਉਹਨਾਂ ਦਾ ਪਿਕਲ ਜਿਹੜਾ ਆ ਉਹ ਗਾਰਨਿਸ਼ ਕੀਤਾ ਹੈ, ਪਰ ਉਸ ਪਿਕਲ ਨੂੰ ਜਿਹੜਾ ਹਲਕਾ ਜਿਹਾ ਫਲੇਮ ਕਰਤਾ ਪਹਿਲਾਂ, ਤਾਂ ਉਹ ਉੱਪਰ ਆਪਾਂ ਕੀਤਾ ਹੈ। ਤਾਂ ਉਹ ਪ੍ਰੋਡਕਟਿਵਿਟੀ ਆ ਮੇਰੀ, ਠੀਕ ਹੈ। ਤਾਂ ਆਪਾਂ ਦੋ ਡੈਫੀਨੇਸ਼ਨਸ ਜਿਹੜੀਆਂ ਡਿਸਕਸ ਕੀਤੀਆਂ ਨੇ, ਉਹਨਾਂ ਤੋਂ ਆਪਾਂ ਨੂੰ ਤੱਤ ਸਾਰ ਇਹੀ ਮਿਲਦਾ ਆ ਕਿ ਜਿਹੜੀ ਕ੍ਰੀਏਟਿਵਿਟੀ ਹੈ ਉਹ ਇੱਕ ਹੁਨਰ ਹੈ, ਇੱਕ ਸਕਿੱਲ ਹੈ, ਤੇ ਇੱਕ ਗੋਡ ਗਿਫਟ ਵੀ ਹੈ। ਆਪਾਂ ਨੂੰ ਉਹਦੇ ਲਈ ਸੁਹਿਰਦਤਾ ਤੇ ਸਿਆਣਪ ਚਾਹੀਦੀ ਹੈ ਕ੍ਰੀਏਟਿਵ ਹੋਣ ਲਈ। ਤਾਂ ਆਪਾਂ ਹੁਣ ਦੇਖਦੇ ਹਾਂ ਕਿ ਕ੍ਰੀਏਟਿਵਿਟੀ ਦੇ ਕੈਰੈਕਟਰਿਸਟਿਕਸ ਕਿਹੜੇ ਨੇ। ਕਿੱਥੋਂ ਪਤਾ ਲੱਗਦਾ ਆਪਾਂ ਨੂੰ ਕਿ ਇਹ ਜਿਹੜੀ ਚੀਜ਼ ਹੋਈ ਹੈ ਇਹ ਕ੍ਰੀਏਟਿਵਿਟੀ ਦਾ ਰਿਜ਼ਲਟ ਹੈ। ਪਹਿਲੀ ਚੀਜ਼ ਪ੍ਰੋਸੈਸ ਐਂਡ ਪ੍ਰੋਡਕਟ। ਜਿਹੜਾ ਕ੍ਰੀਏਟਿਵਿਟੀ ਦਾ ਪ੍ਰੋਸੈਸ ਹੈ ਨਾ, ਉਹ ਖੁਦ ਦੇ ਵਿੱਚ ਹੀ ਇੱਕ ਪ੍ਰੋਡਕਟ ਹੈ। ਜਾਂ ਮੰਨ ਲਓ ਜਿਵੇਂ ਪਾਸਤਾ ਬਣ ਰਿਹਾ, ਉਹ ਪ੍ਰੋਸੈਸ ਹੈ ਨਾ, ਇੱਕ ਪਾਸਤਾ ਬਣ ਰਿਹਾ, ਪਕੌੜੇ ਬਣ ਰਿਹਾ, ਪ੍ਰੋਸੈਸ ਹੈ। ਉਹਦੇ ਵਿੱਚ ਗੋਭੀ ਕਿਸ ਤਰ੍ਹਾਂ ਕੱਟਣੀ ਹੈ ਹਨਾ, ਸ਼ਿਮਲਾ ਮਿਰਚ ਕਿਸ ਤਰ੍ਹਾਂ ਕੱਟਣੀ ਹੈ, ਜਾਂ ਜਿਨ੍ਹਾਂ ਨੂੰ ਪਨੀਰ ਦੇ ਪਕੌੜੇ ਪਸੰਦ ਆ, ਪਨੀਰ ਕਿਸ ਤਰ੍ਹਾਂ ਕੱਟਣਾ ਹੈ, ਕਿੰਨੀ ਦੇਰ ਬੋਇਲ ਕਰਕੇ ਰੱਖਣਾ, ਫਿਰ ਉਹਨੂੰ ਕਿੰਨਾ ਵੇਸਣ, ਕਿੰਨੇ ਮਸਾਲੇ ਪਾ ਕੇ ਮੈਰੀਨੇਟ ਕਰਨਾ। ਤਾਂ ਕ੍ਰੀਏਟਿਵਿਟੀ ਜਿਹੜੀ ਹੈ ਉਹ ਪ੍ਰੋਸੈਸ ਵੀ ਹੈ ਤੇ ਪ੍ਰੋਡਕਟ ਵੀ ਹੈ। ਸੈਕਿੰਡ ਪੁਆਇੰਟ ਹੈ ਯੂਨੀਵਰਸਲ। ਕ੍ਰੀਏਟਿਵਿਟੀ ਯੂਨੀਵਰਸਲ ਹੈ। ਇਹ ਨਹੀਂ ਹੋ ਸਕਦਾ ਵੀ ਮੈਂ ਕੁਝ ਉਰੇ ਕ੍ਰੀਏਟ ਕੀਤਾ ਆ, ਉਹ ਪੰਜਾਬ ਲਈ ਤਾਂ ਕ੍ਰੀਏਟਿਵਿਟੀ ਹੈ, ਪਰ ਬੰਗਾਲ ਵਾਲੇ ਕਹਿੰਦੇ ਆ ਵੀ ਨਹੀਂ ਇਹ ਕ੍ਰੀਏਟਿਵਿਟੀ ਨਹੀਂ ਹੈਗੀ, ਇਹ ਤਾਂ ਆਲਰੇਡੀ ਐਗਜ਼ਿਸਟ ਕਰਦਾ ਸੀ ਹਨਾ, ਤਾਂ ਉਹ ਕ੍ਰੀਏਟਿਵਿਟੀ ਨਹੀਂ ਹੈਗੀ। ਕਿਉਂਕਿ ਕ੍ਰੀਏਟਿਵਿਟੀ ਜਿਹੜੀ ਆ ਉਹਦਾ ਇੱਕ ਕੈਰੈਕਟਰਿਸਟਿਕ ਆ ਕਿ ਉਹ ਨੈਚੁਰਲ, ਉਹ ਯੂਨੀਵਰਸਲ ਹੁੰਦੀ ਹੈ। ਥਰਡ ਇਜ਼ ਯੂਨੀਕ। ਜੇ ਤੁਸੀਂ ਕ੍ਰੀਏਟਿਵ ਹੋ ਤਾਂ ਤੁਸੀਂ ਯੂਨੀਕ ਹੋਵੋਗੇ ਹੀ ਹੋਵੋਗੇ। ਯੋਰ ਕ੍ਰੀਏਟਿਵਿਟੀ ਹੈਜ਼ ਟੂ ਬੀ ਯੂਨੀਕ। ਯੂਨੀਕਨੈਸ ਕਿਸ ਤਰ੍ਹਾਂ ਆ, ਜਿਵੇਂ ਮੰਨ ਲਓ ਕਿ ਬਲਬ ਬਣਾਇਆ ਸੀ ਨਾ, ਉਦੋਂ ਬਾਅਦ ਕਾਫੀ ਚੀਜ਼ਾਂ ਕ੍ਰੀਏਟ ਹੋਈਆਂ ਹੋਰ ਜਿਹੜੀਆਂ ਲਾਈਟ ਦਿੰਦੀਆਂ ਨੇ, ਜਿਵੇਂ ਟਿਊਬ ਬਣੀ, ਹੋਰ ਬਣਿਆ, ਉਹ ਸਾਰਿਆਂ 'ਚ ਨਾ ਉਹ ਇਨਕਾਸੈਂਟ ਉਹ ਲੱਗਦੇ ਸੀ, ਵਿੱਚ ਇੱਕ ਐਲੀਮੈਂਟ ਜਿਹੇ ਪੈਂਦੇ ਹੁੰਦੇ ਨੇ, ਉਹ ਤਾਰ ਜਿਹੀ ਹੁੰਦੀ ਹੈ, ਉਹ ਜਗਦੀ ਹੈ। ਤਾਂ ਉਸ
ਚੀਜ਼ ਨੂੰ ਇੱਕਦਮ ਆਲ ਆਫ ਅ ਸਡਨ 100 ਵਾਟ ਦੇ ਨਾਲ ਕਿੰਨੀ ਕੁ ਲਾਈਟ ਐਮਿਟ ਹੁੰਦੀ ਸੀ ਨਾ, ਕਿੰਨਾ ਕੁ ਲੂਮੀਨਸ ਦਾ ਹੁੰਦਾ ਸੀ ਉਹ ਬਲਬ, ਉਹਨੂੰ ਇੱਕਦਮ ਹੀ ਯੂਨੀਕਨੈਸ ਨਾਲ ਇੱਕ ਆਈਡੀਆ ਦਿੱਤਾ ਗਿਆ ਕਿ LED ਬਲਬ ਬਣਾਏ ਗਏ ਹਨਾ। ਤਾਂ ਉਹ LED ਬਲਬ ਜਿਹੜੇ ਨੇ ਉਹ ਬਹੁਤ ਯੂਨੀਕ ਆਈਡੀਆ। ਜਿਵੇਂ ਦੂਸਰੀ ਆਪਾਂ ਐਗਜ਼ਾਮਪਲ ਲੈਂਦੇ ਆ ਫੋਨ ਦੀ, ਗ੍ਰਾਹਮ ਬੈਲ ਨੇ ਫੋਨ ਬਣਾਇਆ, ਉਹਨੇ ਵਾਇਰਸ ਲਗਾਤੀਆਂ, ਕਿੰਨੀਆਂ ਵਾਇਰਸ ਸਪਰੈਡ ਹੋਈਆਂ, ਆਲਮੋਸਟ ਹੁਣ ਵੀ ਆਪਾਂ ਵਾਇਰਸ ਦੇ ਨਾਲ ਯੂਜ਼ ਕਰ ਰਹੇ ਹਾਂ, ਵਾਇਰਸ ਨੂੰ ਹਨਾ ਇੰਟਰਨੈਟ ਲਈ ਯੂਜ਼ ਹੁੰਦੀਆਂ ਨੇ, ਵਾਇਰ ਬ੍ਰੌਡਬੈਂਡ ਦੇ ਲਈ ਯੂਜ਼ ਹੁੰਦੀਆਂ ਨੇ। ਤਾਂ ਆਪਾਂ ਉਹ ਟੈਲੀਫੋਨ ਜਿਹੜਾ ਸੀਗਾ ਉਹ ਕਰਦੇ ਆ। ਤਾਂ ਵੇਖੋ ਯੂਨੀਕਨੈਸ ਕੀ ਆਈ ਉਹਦੇ ਵਿੱਚ, ਜਿਹਨੇ ਮੋਬਾਈਲ ਲੈ ਕੇ ਆਂਦਾ, ਉਹਦਾ ਯੂਨੀਕ ਕਨਸੈਪਟ ਸੀਗਾ ਕਿ ਉਹਨੇ ਮੋਬਾਈਲ ਲੈ ਕੇ ਆਂਦਾ। ਉਸ ਮੋਬਾਈਲ ਤੋਂ ਬਾਅਦ ਐਂਡਰੋਇਡ ਫੋਨ ਆਏ, ਉਹ ਯੂਨੀਕਨੈਸ ਸੀ ਫੋਨ ਦੀ ਕਿ ਉਸ ਤੋਂ ਪਹਿਲਾਂ ਕਿਸੇ ਨੇ ਐਂਡਰੋਇਡ ਬਾਰੇ ਜਾਂ iOS ਬਾਰੇ ਸੋਚਿਆ ਨਹੀਂ ਸੀ। ਤਾਂ ਇਹ ਯੂਨੀਕਨੈਸ ਹੁੰਦੀ ਹੈ ਕ੍ਰੀਏਟੀਵਿਟੀ 'ਚ। ਓਰੀਜਨੈਲਿਟੀ, ਕ੍ਰੀਏਟਿਵਿਟੀ ਜਿਹੜੀ ਹੁੰਦੀ ਆ ਉਹ ਓਰੀਜਨਲ ਹੁੰਦੀ ਹੈ। ਤੁਸੀਂ ਆਈ ਹੋਪ ਤੁਸੀਂ ਸਾਰੇ ਹੀ ਸੋਸ਼ਲ ਮੀਡੀਆ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਹੋ। ਯੂ ਆਰ ਗ੍ਰੇਟ ਐਡਮਾਇਰਰ ਆਫ ਟਿਕਟੌਕ ਟੂ। ਟਿਕਟੌਕ ਜਿਹੜਾ ਹੈ ਐਂਟਰਟੇਨਮੈਂਟ ਤੇ ਐਜੂਕੇਸ਼ਨ ਬੋਥ ਪਰਪਸਿਸ ਲਈ ਆਪਣੇ ਕੰਮ ਆਉਂਦਾ ਹੈ। ਟਿਕਟੌਕ ਦੇ ਵਿੱਚ ਕ੍ਰੀਏਟਰ ਬਣਦੇ ਹੋ ਤੁਸੀਂ, ਤਾਂ ਉਹਦੇ ਵਿੱਚ ਜਦੋਂ ਆਪਾਂ ਕੋਈ ਕੰਟੈਂਟ ਕ੍ਰੀਏਟ ਕਰਦੇ ਹਾਂ ਤਾਂ ਉਹਦੇ 'ਚ ਆਲਰੇਡੀ ਸਾਊਂਡਸ ਅਵੇਲੇਬਲ ਹੁੰਦੇ ਆ, ਉਹ ਆਪਾਂ ਕਾਪੀ ਕਰ ਸਕਦੇ ਹਾਂ। ਪਰ ਉਹਦੇ ਵਿੱਚ ਕੁਝ ਕ੍ਰੀਏਟਰਸ ਜਿਹੜੇ ਨੇ ਉਹ ਪਪੂਲਰ ਕ੍ਰੀਏਟਰਸ ਦੇ ਨਾਮ ਨਾਲ ਜਾਣੇ ਜਾਂਦੇ ਆ, ਜਿਨ੍ਹਾਂ ਦੀ ਵੀਡੀਓਜ਼ ਜਿਹੜੀਆਂ ਨੇ ਉਹਨਾਂ ਨੂੰ ਮਿਲੀਅਨਸ ਲਾਈਕਸ ਮਿਲਦੇ ਨੇ। ਉਹ ਕਿਉਂ ਮਿਲਦੇ ਆ? ਕਿਉਂਕਿ ਉਹਨਾਂ ਦੀ ਉਹਦੇ ਵਿੱਚ ਆਈਡੀਆ ਵਿੱਚ ਕੁਝ ਓਰੀਜਨੈਲਿਟੀ ਹੁੰਦੀ ਹੈ ਹਨਾ। ਜਿਵੇਂ ਕਿ ਜਦੋਂ ਇੱਕ ਆਪਾਂ ਗੱਲ ਕਰਦੇ ਹਾਂ ਰਾਈਟਿੰਗਸ ਦੀ ਗੱਲ ਕਰ ਲੈਂਦੇ ਹਾਂ ਹਨਾ। ਰਾਈਟਿੰਗਸ ਦੇ ਵਿੱਚ ਇੱਕ ਬਹੁਤ ਅੱਛਾ ਜਿਹੜਾ ਬਹੁਤ ਹੀ ਸਿੱਖਣ ਜਿੱਥੋਂ ਸਿੱਖਿਆ ਜਾ ਸਕਦਾ ਉਸ ਸਕ੍ਰਿਪਚਰ ਦੀ ਜੇ ਆਪਾਂ ਗੱਲ ਕਰੀਏ, ਪੁਰਾਤਨ ਸਕ੍ਰਿਪਚਰ ਦੀ ਜੇ ਆਪਾਂ ਗੱਲ ਕਰੀਏ, ਤਾਂ ਉਹ ਸਕ੍ਰਿਪਚਰ ਮੈਨੂੰ ਲੱਗਦਾ ਹੁੰਦਾ ਹੈ ਮਹਾਭਾਰਤ ਹਨਾ। ਤਾਂ ਉਹ ਸ਼੍ਰੀਮਦ ਭਗਵਦ ਗੀਤਾ, ਉਹਨਾਂ ਤੋਂ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹ ਓਰੀਜਨੈਲਿਟੀ ਆ ਉਹਨਾਂ ਦੇ ਵਿੱਚ ਹਨਾ, ਉਹਦੇ ਸਲੋਕਾਂ ਦੇ ਵਿੱਚ ਓਰੀਜਨੈਲਿਟੀ ਆ ਕਿਤੇ ਨਾ ਕਿਤੇ, ਕਿ ਬਿਲਕੁਲ ਨਿਊ ਆਈਡੀਆਜ਼ ਆ ਕਿ ਜਦੋਂ ਧਰਮ ਦੀ ਜੰਗ ਹੁੰਦੀ ਹੈ ਤਾਂ ਉਦੋਂ ਤੁਹਾਨੂੰ ਪਹਿਲਾਂ ਧਰਮ ਰੱਖਣਾ ਹੁੰਦਾ, ਉਸ ਤੋਂ ਬਾਅਦ ਨਿੱਜ ਰੱਖਣਾ ਹੁੰਦਾ। ਜਦੋਂ ਸੱਚ ਦੀ ਜੰਗ ਹੁੰਦੀ ਹੈ ਤਾਂ ਇਹ ਨਹੀਂ ਸੋਚਿਆ ਜਾਂਦਾ ਕਿ ਸਾਹਮਣੇ ਦੁਸ਼ਮਣ ਜਿਹੜਾ ਉਹ ਤੁਹਾਡਾ ਭਰਾ ਆ, ਪਿਓ ਆ ਜਾਂ ਮਾਂ ਆ। ਮਾਂ ਤਾਂ ਵੈਸੇ ਮੇਰੇ ਹਿਸਾਬ ਨਾਲ ਕਦੇ ਨਹੀਂ ਹੋ ਸਕਦੀ ਆਪਣੇ ਦੂਸਰੇ ਪਾਸੇ, ਪਰ ਹਾਂ ਤਾਂ ਉਹ ਇੱਕ ਓਰੀਜਨਲ ਆਈਡੀਆ। ਉਸ ਤੋਂ ਬਾਅਦ ਜੇ ਆਪਾਂ ਲੇਟੈਸਟ ਦੇਖੀਏ ਤਾਂ ਓਰੀਜਨਲ ਆਈਡੀਆ ਜਿਹੜਾ ਆਇਆ ਸੀਗਾ, ਰੱਬ ਦਾ ਰੇਡੀਓ ਮੂਵੀ ਆਈ ਸੀ, ਓਰੀਜਨਲ ਆਈਡੀਆ ਸੀਗਾ ਕਿ ਰੱਬ ਦਾ ਰੇਡੀਓ ਬਣਾਇਆ ਉਹਨੇ ਹਨਾ। ਉਸ ਤੋਂ ਬਾਅਦ ਰੱਬ ਦਾ ਰੇਡੀਓ 2 ਬਣਾਇਆ, ਉਹ ਨਹੀਂ ਚੱਲੀ ਨਹੀਂ। ਉਸ ਤੋਂ ਬਾਅਦ ਜੇ ਆਪਾਂ ਬਹੁਤ ਹੀ ਵਧੀਆ ਮੂਵੀ ਦੀ ਮੈਂ ਗੱਲ ਕਰਾਂ ਤਾਂ ਬਾਹੂਬਲੀ ਵਰਲਡ ਦੇ ਵਿੱਚ ਉਹਦਾ ਆਪਣਾ ਇੱਕ ਯੂਨੀਕਨੈਸ, ਉਹਦੀ ਓਰੀਜਨੈਲਿਟੀ, ਕਿ ਕਿਸ ਤਰ੍ਹਾਂ ਇੰਡੀਆ ਦੇ ਉਸ ਸਮੇਂ ਦੇ ਵਿੱਚ ਰਾਜੇ ਰਹਿੰਦੇ ਸੀ, ਮਹਾਰਾਜੇ ਰਹਿੰਦੇ ਸੀ, ਜੋ ਆਪਾਂ ਪੁਰਾਣਾ ਦੇ ਵਿੱਚ ਪੜ੍ਹਦੇ ਆ ਨਾ, ਅੱਡ ਅੱਡ ਵੇਦਾਂ ਦੇ ਵਿੱਚ ਪੜ੍ਹਦੇ ਆ, ਤਾਂ ਉਸ ਤਰ੍ਹਾਂ ਦਾ ਉਹਨਾਂ ਨੇ ਉਹ ਚੀਜ਼ ਦਿਖਾਈ। ਤਾਂ ਓਰੀਜਨੈਲਿਟੀ ਸੀ ਉਹਦੇ 'ਚ, ਓਰੀਜਨਲ ਆਈਡੀਆ ਸੀ। 5th ਹੁੰਦਾ ਨੋਵੈਲਟੀ, ਕਿ ਬਹੁਤ ਹੀ ਨੋਵਲ ਆਇਡੈਂਟੀਟੀ ਹੁੰਦੀ ਹੈ ਇਹਦੀ। ਨੋਵਲ ਆਇਡੈਂਟੀਟੀ ਮਤਲਬ ਕਿ ਜਿਹੜੀ ਕਿਤੇ ਵੀ ਚਲੇ ਜਾਵੇ, ਕਿਸੇ ਜਗ੍ਹਾ ਤੇ ਵੀ ਤੁਸੀਂ ਜਾ ਕੇ ਉਸ ਕ੍ਰੀਏਟਿਵ ਆਪਣੇ ਪ੍ਰੋਡਕਟ ਨੂੰ ਜਦੋਂ ਸ਼ੋਅ ਕਰਦੇ ਹੋ, ਪੋਰਟਰੇ ਕਰਦੇ ਹੋ, ਤਾਂ ਉਹਨੂੰ ਇਕੁਅਲੀ ਇੰਪੋਰਟੈਂਸ ਮਿਲਦੀ ਹੈ। ਜਿਵੇਂ ਕਿ ਮੋਬਾਈਲ ਫੋਨਸ ਨੂੰ ਵਰਲਡ ਵਾਈਡ ਇਕੁਅਲ ਇੰਪੋਰਟੈਂਸ ਮਿਲੀ ਹੈ। ਜਾਂ ਉਸ ਤੋਂ ਬਾਅਦ ਸੋਲਰ ਪੈਨਲਸ ਆ ਗਏ। ਸੋਲਰ ਪੈਨਲਸ ਬਹੁਤ ਇੱਕ ਨੋਵਲ ਆਈਡੀਆ ਸੀ ਇਲੈਕਟ੍ਰਿਸਿਟੀ ਜਨਰੇਟ ਕਰਨ ਦਾ ਹਨਾ। ਤਾਂ ਉਹਦੇ ਵਿੱਚ ਹੁਣ ਕਾਫੀ ਸਰਕਾਰਾਂ ਵੀ ਜਿਹੜੀਆਂ ਨੇ, ਦ ਗਵਰਨਮੈਂਟਸ ਆਰ ਟਰਾਈਂਗ ਟੂ ਪਲਾਂਟ ਦੋਜ਼ ਸੋਲਰ ਪਾਵਰ ਪਲਾਂਟਸ। ਤੇ ਲੁਧਿਆਣੇ ਦੇ ਵਿੱਚ ਨਹਿਰ ਦੇ ਨਾਲ ਨਾਲ ਤੁਸੀਂ ਦੇਖਿਆ ਹੋਊਗਾ ਲੱਗਿਆ ਹੋਇਆ ਹੈ। 6th point ਹੈ ਫਲੈਕਸੀਬਿਲਿਟੀ। ਯੈਸ, ਫਲੈਕਸੀਬਿਲਿਟੀ। ਕ੍ਰੀਏਟਿਵਿਟੀ ਕਦੇ ਵੀ ਰਿਜਿਡ ਨਹੀਂ ਹੋ ਸਕਦੀ, ਕਿਉਂਕਿ ਇੱਕ ਜਗ੍ਹਾ ਤੇ ਮੈਂ ਪੜ੍ਹਿਆ ਸੀ ਕਿ ਥੋਮਸ ਐਲਵਾ ਐਡੀਸਨ ਨੂੰ ਇੱਕ ਬੰਦੇ ਨੇ ਪੁੱਛਿਆ ਕਿ ਤੁਸੀਂ ਕਿੰਨੀ ਕੁ ਵਾਰੀ ਫੇਲ ਹੋਏ। ਉਹ ਕਹਿੰਦਾ ਇੱਕ ਵੀ ਚਾਂਸ ਇਹੋ ਜਿਹਾ ਨਹੀਂ ਸੀ ਜਦੋਂ ਮੈਂ ਫੇਲ ਹੋਇਆ। ਕਹਿੰਦਾ ਬਟ ਤੁਸੀਂ ਆਪ ਦੱਸਿਆ ਵੀ 200ਵੀਂ ਵਾਰੀ ਜਾਂ ਇੰਨੀ ਵੀ ਵਾਰੀ ਤੁਸੀਂ ਬਲਬ ਬਣਾਇਆ, ਮਤਲਬ ਉਸ ਤੋਂ ਪਹਿਲਾਂ ਤੁਸੀਂ ਫੇਲ ਹੋਏ। ਕਹਿੰਦਾ ਨੋ, ਯੂ ਆਰ ਰੋਂਗ ਮਾਈ, ਆਈ ਨੋ 199 ways in which a bulb cannot be made.
ਤਾਂ ਉਹਦੀ ਇੱਕ ਫਲੈਕਸੀਬਿਲਿਟੀ ਸੀ ਕਿ ਉਹਨੇ ਕਿਹਾ ਕਿ ਹਾਂ ਮੈਂ ਕੁਝ ਕ੍ਰੀਏਟ ਕਰ ਰਿਹਾ ਤਾਂ ਮੈਨੂੰ ਫਲੈਕਸੀਬਲ ਹੋਣਾ ਪਊਗਾ। ਮੈਂ ਇੱਕ ਵਾਰੀ ਟਰਾਈ ਕੀਤੀ, ਦੂਜੀ, ਫਿਰ ਤੀਜੀ, ਫਿਰ ਚੌਥੀ, ਫਿਰ ਪੰਜਵੀਂ, ਫਿਰ ਛੇਵੀਂ। ਜਿਵੇਂ ਆ ਵੀਡੀਓਜ਼ ਜਦੋਂ ਮੈਂ ਬਣਾ ਰਿਹਾ ਸੀ, ਮੈਂ ਫਰਸਟ ਵੀਡੀਓ ਜਿਹੜੀ ਅਪਲੋਡ ਕੀਤੀ ਸੀ ਲੈਸਨਸ ਦੀ, ਬੀਇੰਗ ਅ ਪ੍ਰੋਫੈਸਰ, ਉਹ ਜਿਹੜੀ ਵੀਡੀਓ ਸੀ, ਉਸ ਵੀਡੀਓ ਦੇ ਵਿੱਚ ਜਦੋਂ ਮੈਂ ਬਣਾਉਣੀ ਸ਼ੁਰੂ ਕੀਤੀ ਤਾਂ ਆਲਮੋਸਟ ਉਹਦੀਆਂ 32 33 ਕਲਿੱਪਸ ਮੇਰੇ ਕੋਲ ਪਈਆਂ ਨੇ, ਵੀਡੀਓਜ਼ ਪਈਆਂ ਨੇ, ਜਿਹਦੇ ਵਿੱਚ ਮੈਂ ਬਹੁਤ ਗਲਤੀਆਂ ਕੀਤੀਆਂ ਹਨ। ਫਿਰ ਕਿਸ ਤਰ੍ਹਾਂ ਖੜੇ ਹੋਣਾ, ਕਿੱਥੋਂ ਲਾਈਟ ਆਣੀ ਹੈ, ਕਿੱਥੋਂ ਹੋਣਾ, ਤਾਂ ਉਹ ਚੀਜ਼ਾਂ ਜਿਹੜੀਆਂ ਸੀ। ਪਰ ਮੈਂ ਫਲੈਕਸੀਬਿਲਿਟੀ ਕੀ ਹੁੰਦੀ ਹੈ ਕਿ ਮੈਂ ਫਲੈਕਸੀਬਲ ਹੋਇਆ ਕਿ ਇਹ ਨਹੀਂ ਕਿ ਮੈਨੂੰ ਆਹੀ ਵਾਲ ਚਾਹੀਦੀ ਆ, ਆਹੀ ਇੱਥੇ ਚਾਹੀਦਾ, ਆਹੀ ਲਾਈਟ ਚਾਹੀਦੀ ਹੈ। ਉਹ ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ ਕਿ ਜੇ ਇੱਥੇ ਕ੍ਰੀਏਟ ਨਹੀਂ ਹੋ ਰਹੀ ਚੀਜ਼ ਹੈ ਨਾ, ਉਹ ਆਈਡੀਆ ਨਹੀਂ ਆ ਰਿਹਾ, ਤਾਂ ਆਪਾਂ ਜਗ੍ਹਾ ਚੇਂਜ ਕਰ ਸਕਦੇ ਹਾਂ ਜਾਂ ਆਪਾਂ ਆਈਡੀਆ ਹੀ ਚੇਂਜ ਕਰ ਸਕਦੇ ਹਾਂ। ਪਰ ਕ੍ਰੀਏਟੀਵਿਟੀ ਉਹ ਪ੍ਰੋਡਕਟ ਆਪਾਂ ਫਾਈਨਲ ਜਿਹੜਾ ਆ ਉਹ ਪ੍ਰੋਸੈਸ ਉਹੀ ਰੱਖਣਾ ਆ। ਤਾਂ ਪ੍ਰੋਸੈਸ ਐਂਡ ਪ੍ਰੋਡਕਟ ਜਿਹੜਾ ਹੈ ਆਪਣਾ ਉਹ ਹੋਈ ਰਹੂਗਾ। ਉਹਦੇ ਵਿੱਚ ਆਪਾਂ ਚੇਂਜਸ ਕਰਦੇ ਰਵਾਂਗੇ। ਜਿਵੇਂ ਕਿ ਪਨੀਰ ਦੇ ਪਕੌੜੇ ਜਿਹੜੇ ਨੇ ਉਹ ਬਿਨਾਂ ਉਹਦੇ ਵੀ ਬਣਾਏ ਜਾ ਸਕਦੇ ਨੇ। ਪਨੀਰ ਨੂੰ ਵਿੱਚੋਂ ਕੱਟ ਕੇ ਸਲਾਈਸਿਸ ਦੇ ਵਿੱਚ ਕੱਟ ਕੇ ਉਹਦੇ ਵਿੱਚ ਫਿਲਿੰਗ ਕੀਤੀ ਜਾ ਸਕਦੀ ਹੈ ਚਿਲੀਜ਼ ਦੀ, ਉਹਦੇ ਵਿੱਚ ਫਿਲਿੰਗ ਕੀਤੀ ਜਾ ਸਕਦੀ ਹੈ ਗਾਰਲਿਕ ਦੀ, ਜਿੰਜਰ ਐਂਡ ਗਾਰਲਿਕ ਦੀ, ਅਨੀਅਨਸ ਦੀ ਫਿਲਿੰਗ ਕੀਤੀ ਜਾ ਸਕਦੀ ਹੈ। ਤੇ ਨੇਮਲੀ ਉਹਨਾਂ ਨੂੰ ਟਾਈਟਲ ਦੇ ਦਿੱਤਾ ਜਾਂਦਾ, ਜਿਵੇਂ ਜਿੰਜਰ ਪਨੀਰ ਪਕੌੜਾ, ਜਿੰਜਰ ਗਾਰਲਿਕ ਪਨੀਰ ਪਕੌੜਾ, ਚਿਲੀ ਪਨੀਰ ਪਕੌੜਾ, ਹਨਾ। ਉਸੇ ਤਰ੍ਹਾਂ ਆਪਾਂ ਕਰ ਸਕਦੇ ਹਾਂ। 7th ਹੈ ਡਾਇਵਰਜੈਂਟ ਥਿੰਕਿੰਗ। ਡਾਇਵਰਜੈਂਟ ਥਿੰਕਿੰਗ ਮੇਰੇ ਮਤਲਬ ਬੈਸਟ ਆਫ ਬੈਸਟ ਪੁਆਇੰਟ। ਕ੍ਰੀਏਟੀਵਿਟੀ ਲਈ ਡਾਇਵਰਜੈਂਟ ਥਿੰਕਿੰਗ ਕਿਉਂ ਚਾਹੀਦੀ ਆ? ਹੁਣ ਤੁਸੀਂ ਇੱਕ ਆਪ ਚੀਜ਼ ਸੋਚਿਓ ਕਿ ਤੁਸੀਂ ਇੱਕ ਬਿਲਕੁਲ ਸਧਾਰਨ ਜੀ ਆਪਾਂ ਚੀਜ਼ ਲੈ ਲੈਂਦੇ ਆ। ਤੁਹਾਨੂੰ ਆਪਾਂ ਹੁਣ ਜਿਵੇਂ ਇਸ ਪਿਕਚਰ ਦੇ ਵਿੱਚ ਆ ਪਿਕਚਰ ਸ਼ੋ ਕਰ ਰਿਹਾ ਮੈਂ, ਆ ਪਿਕਚਰ ਦੇ ਵਿੱਚ ਇੱਕ ਬੱਚਾ ਆ। ਇਹ ਬੱਚਾ ਜਿਹੜਾ ਆ, ਇਹ ਬੱਚਾ ਇੱਕ ਬਾਸਕਟ ਨਾਲ ਕੁਝ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹਦੇ ਕੋਲ ਸੈਂਡ ਹੈ ਤੇ ਉਹ ਕ੍ਰੀਏਟ ਕਰ ਰਿਹਾ ਹੈ ਨਾ। ਤਾਂ ਉਹ ਜਿਹੜੀ ਕ੍ਰੀਏਸ਼ਨ ਹੈ ਉਹਦੀ ਕਿਹੜੀ ਥਿੰਕਿੰਗ ਚ ਆਊਗੀ? ਕਿ ਉਹਨੇ ਇਹ ਸੋਚਿਆ ਹੋਊਗਾ ਕਿ ਮੈਂ ਤਾਂ ਬਸ ਆਹੀ ਬਣਾਉਣਾ ਹੈ, ਜੇ ਨਹੀਂ ਬਣਿਆ ਤਾਂ ਮੈਂ ਢਾਹ ਦੇਣਾ, ਹਨਾ। ਤਾਂ ਉਹ ਦੇਖੋ ਵੀ ਉਹਨੇ ਵਾਲਸ ਬਣਾਈਆਂ, ਕਿਸ ਤਰ੍ਹਾਂ ਉਹਨੇ ਕੈਸਲ ਜਾਂ ਜੋ ਬਿਲਡਿੰਗ ਬਣਾਈ ਹੈ, ਸਟਰਕਚਰ ਜਿਹੜਾ ਬਣਾਇਆ ਉਹ ਕਿੰਨਾ ਪਿਆਰਾ ਲੱਗ ਰਿਹਾ। ਕਿਉਂ? ਕਿਉਂਕਿ ਉਹਦੀ ਡਾਇਵਰਜੈਂਟ ਥਿੰਕਿੰਗ, ਉਹਨੇ ਡਾਇਵਰਜ ਕੀਤਾ ਆਪਣੀ ਥਿੰਕਿੰਗ ਨੂੰ ਕਿ ਕਿਸ ਤਰ੍ਹਾਂ ਮੈਂ ਸੈਂਡ ਨੂੰ ਯੂਜ਼ ਕਰੂੰਗਾ, ਕਿਹੜਾ ਪੈਟਰਨ ਕਿੱਥੇ ਬਣਾਉਂਗਾ, ਫਿਰ ਇਹ ਜਾ ਕੇ ਬਣਦੇ ਆ। ਨੈਕਸਟ ਪੁਆਇੰਟ ਹੈ ਰੀਇੰਟਰਪ੍ਰੀਟੇਸ਼ਨ। ਰੀਇੰਟਰਪ੍ਰੀਟੇਸ਼ਨ, ਮੈਂ ਆਈਡੀਆ ਕੁਝ ਲਿਆ, ਉਹਨੂੰ ਇੰਟਰਪ੍ਰੇਟ ਕੀਤਾ। ਉਸ ਆਈਡੀਆ ਨੂੰ ਇੰਟਰਪ੍ਰੇਟ ਜਦੋਂ ਕੀਤਾ, ਮੈਂ ਵਿਆਖਿਆ ਕੀਤੀ ਉਸ ਆਈਡੀਆ ਦੀ, ਹਨਾ, ਤਾਂ ਮੈਨੂੰ ਪ੍ਰੋਡਕਟ ਬਹੁਤ ਅੱਛਾ ਲੱਗਿਆ ਕਿ ਹਾਂ ਇਹਦੀ ਆ ਪ੍ਰੋਡਕਟ ਫਾਈਨਲ ਐਂਡ ਪ੍ਰੋਡਕਟ ਇਹ ਆਊਗਾ। ਜਿਹਦੇ ਵਿੱਚ ਆਪਾਂ ਐਗਜ਼ਾਮਪਲ ਇੱਥੇ ਆਪਾਂ ਲੈਂਦੇ ਆ, ਜਦੋਂ ਤੁਸੀਂ ਲੈਸਨ ਪਲਾਨ ਬਣਾਉਂਦੇ ਹੋ, ਹਨਾ। ਲੈਸਨ ਪਲਾਨ ਤੁਸੀਂ ਬਣਾ ਰਹੇ ਹੁੰਦੇ ਹੋ, ਹਲੇ ਮੈਂ ਕਿਹਾ ਸੈਕੰਡ ਸਮੈਸਟਰ ਵਾਲਿਆਂ ਨੇ ਲੈਸਨ ਪਲਾਨਸ ਬਣਾਉਣੇ ਨੇ ਆਪਣੇ, ਤੁਸੀਂ ਉਹਦੇ 'ਚ ਬਣਾਓਗੇ। ਪਰ ਤੁਸੀਂ ਫਰਸਟ ਸਮੈਸਟਰ ਦੇ ਵਿੱਚ ਵੀ ਪੜ੍ਹਿਆ ਹੋਇਆ, ਹਨਾ, ਬਲੂਮਸ ਟੈਕਸੋਨਮੀ ਪੜ੍ਹੀ ਹੋਈ ਹੈ। ਤਾਂ ਉਹਦੇ ਵਿੱਚ ਜਿਵੇਂ ਕਹਿੰਦੇ ਵੀ ਤੁਸੀਂ ਲੈਸਨ ਪਲਾਨ ਬਣਾ ਰਹੇ ਹੋ, ਉਹ ਲੈਸਨ ਪਲਾਨ ਬਣਾਉਂਦੇ ਹੋਏ ਤੁਸੀਂ ਰੀਇੰਟਰਪ੍ਰੇਟ ਕਰਦੇ ਹੋ ਚੀਜ਼ਾਂ ਨੂੰ। ਪਹਿਲਾਂ ਤੁਸੀਂ ਇੱਕ ਮੈਥਡ ਲਿਆ, ਫਿਰ ਤੁਹਾਨੂੰ ਲੱਗਿਆ ਕਿ ਨਹੀਂ ਯਾਰ ਆਹ ਵਾਲਾ ਜਿਹੜਾ ਟੌਪਿਕ ਆ ਗਿਆ ਨਾ, ਇਹਦੇ ਵਿੱਚ ਮੈਂ ਬੱਚਿਆਂ ਨੂੰ ਇਕੱਲਾ ਲੈਕਚਰ ਨਹੀਂ ਡਿਸਕਸ ਕਰੂੰਗਾ ਜਾਂ ਕਰੂੰਗੀ, ਜਾਂ ਇਹਦੇ ਵਿੱਚ ਡੈਮੋਨਸਟ੍ਰੇਸ਼ਨ ਜਿਹੜੀ ਆ ਬਹੁਤ ਅੱਛੀ ਹੋ ਸਕਦੀ ਹੈ। ਬੱਚਿਆਂ ਨੂੰ ਖੜੇ ਕਰਕੇ ਇੱਕ ਗਰੁੱਪ ਬਣਾ ਕੇ ਮੈਂ 1 ਐਕਟ ਪਲੇ ਕਰ ਸਕਦੀ ਹਾਂ, ਜਾਂ ਮੈਂ ਇੱਕ ਡੈਮੋਨਸਟ੍ਰੇਸ਼ਨ ਕਰ ਸਕਦਾ ਹਾਂ। ਤਾਂ ਉਹ ਜਿਹੜੀਆਂ ਚੀਜ਼ਾਂ ਨੇ, that is reinterpretation of your own idea. Next ਆਪਾਂ ਡਿਸਕਸ ਕਰਦੇ ਹਾਂ ਵਾਈਡ ਫੀਲਡ। ਕ੍ਰੀਏਟੀਵਿਟੀ ਦਾ ਵਾਈਡ ਫੀਲਡ ਹੁੰਦਾ ਹੈ, ਬਹੁਤ ਵੱਡਾ ਫੀਲਡ। ਕਿਉਂ ਵੱਡਾ ਫੀਲਡ ਹੁੰਦਾ ਹੈ ਕ੍ਰੀਏਟੀਵਿਟੀ ਦਾ? ਕਿਉਂਕਿ ਕ੍ਰੀਏਟਿਵ ਬੰਦੇ ਦਾ ਪਤਾ ਹੀ ਨਹੀਂ ਕਿ ਉਹਨੇ ਦਿਮਾਗ ਕਿੱਧਰ ਨੂੰ ਲੈ ਕੇ ਚਲੇ ਜਾਣਾ। ਜਿਸ ਸਮੇਂ ਲੋਕ ਸੋਚ ਰਹੇ ਸੀ ਕਿ ਅਸੀਂ ਕੀ ਇਨਸਾਨ ਪਰਿੰਦਿਆਂ ਵਾਂਗੂ ਉੱਡ ਸਕਦੇ ਸੀਗੇ, ਵਾਰਨਰ ਬ੍ਰਦਰਜ਼ ਨੇ ਐਰੋਪਲੇਨ ਬਣਾਤਾ। ਉਸ ਤੋਂ ਬਾਅਦ ਇਹ ਸੋਚਿਆ ਗਿਆ ਕਿ ਪਾਣੀ ਦੇ ਉੱਤੇ ਇਨਸਾਨ ਤੁਰ ਸਕਦਾ ਹੈ। ਯੈਸ, ਉਸ ਤੋਂ ਬਾਅਦ ਜੈਟਸ ਬਣੇ, ਸਕੀਇੰਗ ਜੈਟਸ ਬਣੇ। ਤਾਂ ਉਹ ਸਕੀਇੰਗ ਜੈਟ ਦੇ ਉੱਤੇ, ਪਾਣੀ ਦੇ ਉੱਤੇ ਬੰਦਾ ਗਲਾਈਡ ਕਰਦਾ ਹੈ ਨਾ। ਉਸ ਤੋਂ ਬਾਅਦ ਦੇਖਿਆ ਕਿ ਬੰਦਾ ਜਿਹੜਾ ਆ ਉਹ ਕੀ ਪਾਣੀ ਦੇ ਨੀਚੇ ਰਹਿ ਸਕਦਾ, ਪਣਡੁੱਬੀਆਂ ਬਣ ਗਈਆਂ। ਤਾਂ ਬਹੁਤ ਵਾਈਡ ਸਕੋਪ ਆ ਕ੍ਰੀਏਟੀਵਿਟੀ ਦਾ, ਬਹੁਤ ਜ਼ਿਆਦਾ ਵਾਈਡ ਸਕੋਪ ਹੈ। ਨੈਕਸਟ ਹੈ ਕ੍ਰੀਏਟਿਵ ਪਰਸਨੈਲਿਟੀ। ਇੱਕ ਤੁਹਾਡੀ ਆਪਣੀ ਪਰਸਨੈਲਿਟੀ ਹੁੰਦੀ ਹੈ, ਕ੍ਰੀਏਟਿਵ ਪਰਸਨੈਲਿਟੀ, ਬਹੁਤ ਚਾਰਮਿੰਗ ਪਰਸਨੈਲਿਟੀ। ਉਹ ਜ਼ਰੂਰੀ ਨਹੀਂ ਕ੍ਰੀਏਟਿਵ ਤੁਹਾਡਾ ਪ੍ਰੋਡਕਟ ਜਿਹੜਾ ਆ ਉਹ ਦਿਖਣ ਦੇ ਵਿੱਚ ਫਿਜ਼ੀਕਲ ਜਾਂ ਹੋਣਾ ਚਾਹੀਦਾ ਹੈ ਨਾ, ਉਹ ਕੰਕਰੀਟ ਹੋਣਾ ਚਾਹੀਦਾ। ਕਈ ਵਾਰੀ ਐਬਸਟਰੈਕਟ ਵੀ ਹੁੰਦਾ ਹੈ ਤੁਹਾਡਾ ਜਿਹੜੀ ਕ੍ਰੀਏਟਿਵ ਪ੍ਰੋਡਕਟ ਆ, ਉਹ ਤੁਹਾਡਾ ਐਬਸਟਰੈਕਟ ਹੁੰਦਾ। ਜਿਵੇਂ ਆਈਡੀਆ, ਕ੍ਰੀਏਟਿਵ ਆਈਡੀਆਜ਼ ਹੁੰਦੇ ਨੇ।
ਜਿਹੜੇ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਡੈਕੋਰੇਸ਼ਨ ਵਗੈਰਾ ਕਰਾਉਂਦੇ ਨੇ ਜਾਂ ਇਵੈਂਟ ਮੈਨੇਜਰਸ ਜਿਹੜੇ ਹੁੰਦੇ ਨੇ, ਉਹ ਕ੍ਰੀਏਟਿਵ ਆਈਡੀਆਜ਼ ਹੁੰਦੇ ਆ ਉਹਨਾਂ ਕੋਲੇ, ਉਹਨਾਂ ਦੀਆਂ ਪਰਸਨੈਲਿਟੀਜ਼ ਬਹੁਤ ਕ੍ਰੀਏਟਿਵ ਹੁੰਦੀਆਂ ਨੇ। ਕਿਉਂ? ਕਿਉਂਕਿ ਉਹਨਾਂ ਨੇ, ਤੁਸੀਂ ਦੇਖੋ ਜ਼ਿਆਦਾਤਰ ਉਹਨਾਂ ਨੇ ਕੀ ਕੀਤਾ, ਔਕਵਰਡ ਜਿਹਾ ਮੇਕਅਪ ਕੀਤਾ ਹੋਊਗਾ ਜਾਂ ਉਹਨਾਂ ਦੇ ਤਿਆਰ ਹੋਣ ਦਾ ਤਰੀਕਾ ਕੁਝ ਅੱਡ ਹੋਊਗਾ, ਤਾਂ ਉਹ ਕ੍ਰੀਏਟਿਵਿਟੀ ਉਹਨਾਂ ਦੀ ਪਰਸਨੈਲਿਟੀ 'ਚੋਂ ਵੀ ਦਿਖਦੀ ਹੈ। ਉਸ ਤੋਂ ਬਾਅਦ ਆਪਾਂ ਆ ਜਾਂਦੇ ਆ ਲਾਸਟ ਪੁਆਇੰਟ ਤੇ, ਜਿਹਦੇ ਵਿੱਚ ਉਹ ਕਹਿੰਦੇ ਆ ਮਲਟੀਪਲਿਸਿਟੀ ਆਫ ਰਿਸਪੌਂਸਸ। ਮਲਟੀਪਲਿਸਿਟੀ ਆਫ ਰਿਸਪੌਂਸਸ, ਤੁਸੀਂ ਇੱਕ ਆਈਡੀਆ ਜਿਹੜਾ ਟਰਾਈ ਕੀਤਾ ਤਾਂ ਉਹਦੇ ਤੋਂ ਰਿਸਪੌਂਸ ਜਿਹੜਾ ਮਲਟੀਪਲ ਆਉਣਾ ਹੈ। ਜਿਹੜੀ ਕ੍ਰੀਏਟਿਵ ਆਈਡੀਆ ਹੋਊਗਾ ਉਹਦਾ ਮਲਟੀਪਲ ਰਿਸਪੌਂਸ ਹੁੰਦਾ ਹੈ। ਕਿਉਂ? ਕਿਉਂਕਿ ਮੈਂ ਜਿਸ ਐਂਗਲ ਨਾਲ ਉਹ ਚੀਜ਼ ਕ੍ਰੀਏਟ ਕੀਤੀ ਹੈ, ਪ੍ਰੋਡਕਟ ਕ੍ਰੀਏਟ ਕੀਤਾ, ਉਹ ਐਂਗਲ ਹੋਰ ਕਿਸੇ ਦਾ ਹੋ ਸਕਦਾ ਨਾ ਹੋਵੇ। ਜਿਵੇਂ ਕਿ ਆਪ ਇੱਕ ਪਿਕਚਰ ਹੈ ਹਨਾ, ਨਾ ਇੱਕ ਪਿਕਚਰ ਹੈ, ਇਸ ਪਿਕਚਰ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਸ ਪਿਕਚਰ ਦੇ ਵਿੱਚ ਕਿਸੇ ਨੂੰ ਇਦਾਂ ਲੱਗਦਾ ਕਿ ਇਹ ਲੋਕ ਜਿਹੜੇ ਨੇ ਐਲੀਫੈਂਟ ਨੂੰ ਮਾਰ ਰਹੇ ਨੇ ਹਨਾ, ਤਾਂ ਹੋ ਸਕਦਾ ਕਿਸੇ ਦੀ ਇੰਟਰਪ੍ਰੀਟੇਸ਼ਨ ਹੋਵੇ ਕਿ ਇਹ ਆਪਣਾ ਪਾਣੀ ਦਾ ਜਿਹੜਾ ਸੋਰਸ ਹੈ, ਇੱਥੇ ਆ ਪਾਣੀ ਦਾ ਸੋਰਸ ਹੈ, ਉਹਨੂੰ ਬਚਾ ਰਹੇ ਨੇ। ਤੇ ਹੋ ਸਕਦਾ ਕਿਸੇ ਹੋਰ ਬੰਦੇ ਦੀ ਇਹ ਪਰਸੈਪਸ਼ਨ ਹੋਵੇ, ਉਹਦਾ ਰਿਸਪੌਂਸ ਹੋਵੇ, ਜਦੋਂ ਤੁਸੀਂ ਉਹਨੂੰ ਪੁੱਛੋਗੇ ਤਾਂ ਉਹਨਾਂ ਦਾ ਰਿਸਪੌਂਸ ਹੋਵੇ ਕਿ ਨਹੀਂ ਜੀ ਨਹੀਂ, ਇਹ ਤਾਂ ਖੇਡ ਰਹੇ ਨੇ ਐਨੀਮਲ ਨੂੰ, ਟ੍ਰੇਨ ਕਰ ਰਹੇ ਆ ਉਹਨੂੰ ਐਨੀਮਲ ਨੂੰ। ਤਾਂ ਵੱਖ ਵੱਖਰੇ ਰਿਸਪੌਂਸ ਹੋ ਸਕਦੇ ਆ ਕ੍ਰੀਏਟਿਵਿਟੀ ਦੇ ਵਿੱਚ। ਸੋ ਥੀਸ ਵਰ ਦ ਕੈਰੈਕਟਰਿਸਟਿਕਸ ਆਫ creativity. Now let's discuss about the identifications of a creative child. Creative child ਦੀਆਂ identifications ਕੀ ਹੁੰਦੀਆਂ ਨੇ? I hope you have liked this topic. ਜੇ ਤੁਹਾਨੂੰ ਕੋਈ ਵੀ ਚੀਜ਼ ਸਮਝ ਨਹੀਂ ਆਉਂਦੀ ਤਾਂ ਤੁਸੀਂ ਥੱਲੇ ਕਮੈਂਟ ਕਰਨਾ ਹੈ, ਕਮੈਂਟ ਜ਼ਰੂਰ ਕਰਿਆ ਕਰੋ। ਤੁਸੀਂ ਬਹੁਤ ਨਾ ਹੀ ਕੋਈ ਕਮੈਂਟ ਨਹੀਂ ਕੀਤੇ ਹੋਏ ਤੁਸੀਂ, ਤੇ ਜਦੋਂ ਵੀ ਤੁਸੀਂ ਕਮੈਂਟ ਕਰਦੇ ਹੋ ਇਟ ਗਿਵਸ ਮੀ ਐਪਰੀਸੀਏਸ਼ਨ, ਤੇ ਮੈਨੂੰ ਪਤਾ ਲੱਗਦਾ ਕਿ ਮੈਂ ਗਾਂ ਜਿਹੜਾ ਟੌਪਿਕ ਆ ਉਹ ਕਿਸ ਤਰ੍ਹਾਂ ਪ੍ਰਿਪੇਅਰ ਕਰਨਾ ਹੈ, ਕਿੰਨਾ ਪ੍ਰਿਪੇਅਰ ਕਰਕੇ ਕਿਹੜੀਆਂ ਐਗਜ਼ਾਮਪਲਸ ਦੇਣੀਆਂ ਨੇ, ਕਿਹੜੀਆਂ ਇਮੇजेस ਤੁਹਾਨੂੰ ਦਿਖਾਣੀਆਂ ਨੇ, ਤਾਂ ਉਸੇ ਹਿਸਾਬ ਨਾਲ ਮੈਂ ਨੈਕਸਟ ਟੌਪਿਕ ਪ੍ਰਿਪੇਅਰ ਕਰਦਾ। ਹੋਪ ਯੂ ਲਾਈਕ ਇਟ। ਜੇ ਤੁਸੀਂ ਹਲੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਤਾਂ ਲਾਈਕ ਕਰ ਲਓ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਨੂੰ ਕਹੋ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਪ੍ਰੈਸ ਕਰ ਦੇਣ ਤਾਂ ਕਿ ਜਿਹੜੀਆਂ ਨਵੀਆਂ ਅਪਡੇਟਸ ਆਉਂਦੀਆਂ ਨੇ ਉਹ ਤੁਹਾਨੂੰ ਮਿਲਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I've never seen the pasta with roasted broccoli, ਪਰ ਕਾਫੀ ਕ੍ਰੀਏਟਿਵ ਲੱਗਿਆ ਸੀ ਮੈਨੂੰ, ਤਾਂ ਉਹ ਕ੍ਰੀਏਟਿਵ ਪ੍ਰੋਡਕਸ਼ਨ